ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲੱਖਾਂ ਤੇ ਕਰੋੜਾਂ ਦਰੂਦ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਲੱਖਾਂ ਸਲਾਮ ਉਹਨਾਂ ਦੀ ਆਲ ਤੇ। ਮੇਰੇ ਸੱਜਣੋ, ਬੇਲੀਓ, ਮਿੱਤਰੋ, ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਰਾਣਾ ਸ਼ੇਰੀ ਤੁਹਾਨੂੰ ਆਪਣੇ ਚੈਨਲ ਰਾਣਾ ਸ਼ੇਰੀ ਮੜ ਵਲੌਗ ਤੇ ਖੁਸ਼ ਆਮਦੀਦ ਕਹਿੰਦਾ ਵਾ। ਅੱਜ 10 ਮੁਹੱਰਮ 2023 ਹੈ ਤੇ ਅਸੀਂ ਮੜ ਬਲੋਚਾਂ ਵੈਲਫੇਅਰ ਸੁਸਾਇਟੀ ਵਾਲੇ ਜਿਹੜੇ ਨੌਜਵਾਨ ਆ, ਅਸੀਂ ਇੱਕ ਆਗਾਹੀ ਕੈਂਪ ਲਗਾਇਆ ਹੋਇਆ ਵਾ ਆਪਣੇ ਕਬਰਸਤਾਨ ਦੇ ਵਿੱਚ, ਜਿਹਦੇ ਵਿੱਚ ਤੁਸੀਂ ਕੱਲ੍ਹ ਦਾ ਮੇਰਾ 9 ਜਿਹੜਾ ਮੁਹੱਰਮ ਵਾਲਾ ਉਹ ਵੀ ਵਲੌਗ ਦੇਖ ਲਿਆ ਹੋਣਾ ਵਾ। ਤੇ ਹੁਣ ਜਿਹੜਾ 10 ਮੁਹੱਰਮ ਆ ਤੇ ਅੱਜ ਕਮਿਟਮੈਂਟ ਸੀ ਕਿ 5 ਵਜੇ ਅਸੀਂ ਜਾ ਕੇ ਕੈਂਪ ਸ਼ੁਰੂ ਕਰਨਾ ਵਾ ਤੇ 4:45 ਹੋ ਗਏ ਨੇ ਤੇ ਇਸ ਟਾਈਮ ਤੁਸੀਂ ਦੇਖ ਵੀ ਸਕਦੇ ਬਾਹਰ ਕਿ ਹਜੇ ਬਿਲਕੁਲ ਅੰਧੇਰਾ ਛਾਇਆ ਹੋਇਆ, ਅੰਧੇਰਾ ਬਿਲਕੁਲ ਛਾਇਆ ਹੋਇਆ। ਰਾਤ ਹਲਕੀ ਫੁਲਕੀ ਜੀ ਬਾਰਿਸ਼ ਵੀ ਹੋਈ ਆ, ਪਰ ਫਿਰ ਵੀ ਜਿਹੜੀ ਆਪਾਂ ਗੱਲ ਕੀਤੀ ਹੋਈ ਆ ਉਹਦੇ ਪਰ ਪੂਰੇ ਆਵਾਂਗੇ ਜੀ। ਉਸ ਆਪਾਂ ਗੱਲ ਪਰ ਜਿਹੜੇ ਪੂਰੇ ਆਵਾਂਗੇ ਤੇ ਇਨਸ਼ਾ ਅੱਲਾਹ ਤਾਲਾ ਪੂਰੇ ਅਸੀਂ 5 ਵਜੇ ਜਿਹੜਾ ਆਪਣੇ ਕੈਂਪ ਦਾ ਆਗਾਜ਼ ਕਰ ਦਾਂਗੇ। ਚਲੋ ਆਓ ਆਪਣੀ ਮੋਟਰਸਾਈਕਲ ਚੱਕੀਏ ਤੇ ਜਨਾਬ ਮੇਰੀ ਆਪਣੀ ਜਿਹੜੀ ਡਿਊਟੀ ਆਪਣੀ ਕੀਤੀ ਹੋਈ ਹੈ ਗੱਲ ਉਹਦੇ ਪਰ ਚੱਲੀਏ। ਲਓ ਜੀ, ਸਕੂਲੋਂ ਮੋਟਰਸਾਈਕਲ ਚੱਕਿਆ ਤੇ ਮੈਂ ਆ ਗਿਆ ਮਲਾਹ ਚੌਂਕ ਦੇਖਿਆ ਤੇ ਭਾਈ ਮੁਜ਼ੰਮਲ ਨੇ ਆਉਣਾ ਸੀ, ਉਹ ਹਜੇ ਤੱਕ ਆਇਆ ਨਹੀਂ ਤੇ ਹਨੇਰਾ ਵੀ ਦੇਖੋ ਤੁਹਾਡੇ ਸਾਹਮਣੇ। ਲਓ ਭਾਈ ਮੁਜ਼ੰਮਲ ਵੀ ਆ ਗਿਆ, ਇਹਦਾ ਹੀ ਇੰਤਜ਼ਾਰ ਸੀ। ਚੱਲ ਭਰਾਵਾ ਬਹਿ ਮੋਟਰਸਾਈਕਲ ਤੇ ਚੱਲੀਏ। ਲਓ ਜੀ, ਅਸੀਂ ਦੋਵੇਂ ਜਾਣੇ ਹੁਣ ਆਪਣੀ ਜਨਾਜ਼ਗਾਹ ਕਬਰਸਤਾਨ ਰਵਾਂ ਦਵਾਂ ਵਾ। ਮੂੰਹ ਹਨੇਰਾ ਹੋਇਆ, ਹਨੇਰਾ ਬਹੁਤ ਆ ਤੇ ਮੈਂ ਤੇ ਭਾਈ ਮੁਜ਼ੰਮਲ ਜਾ ਰਹੇ ਹਾਂ। ਲਓ ਜਨਾਬ, ਅਸੀਂ ਆਪਣੀ ਜਨਾਜ਼ਗਾਹ ਪਹੁੰਚ ਗਏ। ਜਨਾਜ਼ਗਾਹ ਦਾ ਦਰਵਾਜ਼ਾ ਖੋਲ੍ਹਿਆ, ਇੱਥੇ ਸਾਊਂਡ ਪਿਆ। ਬਾਕੀ ਸਮਾਨ ਜਿਹੜਾ ਉਹ ਅਸੀਂ ਆਪਣੇ ਲਾਗੇ ਹੀ ਉੱਥੇ ਰੱਖ ਲਿਆ ਸੀ, ਭਾਈ ਦੇ ਮਲੰਗਾਂ ਦੇ ਜਿਹੜੇ ਘਰ ਆ ਉੱਥੇ ਰੱਖ ਦਿੱਤਾ ਸੀ। ਤੇ ਹੁਣ ਅਸੀਂ ਜਾ ਰਹੇ ਜਨਾਬ ਕਬਰਸਤਾਨ। ਦੇਖਦੇ ਹਾਂ ਤੁਹਾਨੂੰ ਜਿੱਥੇ ਕਰਕੇ ਅਸੀਂ ਆਪਣਾ ਕੈਂਪ ਲਾਣਾ। ਜਗ੍ਹਾ ਦੇਖ ਲਓ ਕੋਈ ਵੀ ਨਹੀਂ ਤੇ ਆਵਾਮ ਵੀ ਦੇਖ ਲਓ ਕੋਈ ਨਹੀਂ ਹੈਗੀ, ਕੋਈ ਬੰਦਾ ਬਸ਼ਰ ਨਜ਼ਰ ਨਹੀਂ ਆਉਂਦਾ। ਤੇ ਭਾਈ ਕਮਰ ਨੇ ਆਉਣਾ ਸੀ, ਭਾਈ ਕਮਰ ਨੇ ਲੀਡਾਂ ਜਿਹੜੀਆਂ ਬਿਜਲੀ ਵਾਲੀਆਂ ਉਹਨਾਂ ਕੋਲ ਨੇ ਉਹ ਲਿਆਉਣੀਆਂ ਸੀ। ਲਓ ਮਾਸ਼ਾਅੱਲਾ ਭਾਈ ਕਮਰ ਵੀ ਆ ਗਏ ਲੀਡਾਂ ਲੈ ਕੇ। ਲਓ ਜੀ, ਹੁਣ ਆਪਣੇ ਜਿਹੜਾ ਕੈਂਪ ਉਹਦਾ ਆਗਾਜ਼ ਕਰਨੇ ਆ। आज 10 मुहर्रम हमारा जो मड़ बलोचा वेलफेयर सोसाइटी का कैंप है, हमारे दोस्तों की ये कमिटमेंट थी कि हम लोगों ने 5 बजे जो है वो ये कैंप शुरू कर देना है। और माशाल्लाह अल्लाह के फजलो करम से हमने 5 सवा 5 बजे तक ये कैंप शुरू कर दिया है। और आपके सामने है, आप देख भी सकते हैं, आपको भाई दिखा भी देते हैं कि कब्रिस्तान में अभी कोई भी इतने लोग नहीं आए। सबसे पहले हमारी कमेटी यहाँ पर पहुंची है और कमेटी ने आगे अपने जो है वो कैंप का आगाज कर दिया है। और यहाँ पर चीजें आप लोगों को पहले भी बताया है कि कईयाँ भी पड़ी हुई हैं, भजन कईयाँ भी पड़ी हुई हैं और ये बाल्टी वगैरह भी पड़ी हैं। और ये हमारे पास 3 हमारी रेडियां भी मौजूद हैं। और माशाल्लाह आज सारा दिन यहाँ पर ठंडा पानी भी दस्तयाब होगा, पानी की छबील भी लगेगी शरबत की। और माशाल्लाह सारा दिन जो है वो लंगर भी चलता रहेगा। और उसके अलावा किसी ने भी कोई लंगर वगैरह तकसीम करना हो, कोई छबील लगानी हो तो बराए मेहरबानी यहाँ पर आके कैंप में लगाए, कब्रिस्तान में ना लगाए। इंशाल्लाह माशाल्लाह सुभान अल्लाह, ये पहला लंगर हमारा चल पड़ा है। माशाल्लाह सुभान अल्लाह, जूस का जो है वो लंगर चल रहा है। और आ जाए छोटे बच्चे, आ जाए बड़े बच्चे, जिसने भी जूस पीना है बेशक काम कर रहे हैं आप लोग। ये हमारे जो मस्जिद के हमसाए हैं, ये उनकी तरफ से जूस आया था। ये एंटी हैं, उन्होंने दुकान बनाई हुई मस्जिद के सामने। और वैसे भी वो बहुत ज़्यादा कब्रिस्तान का ख्याल करते हैं। और माशाल्लाह सुभान अल्लाह, अल्लाह पाक आपका दिया हुआ कबूल और मंजूर करे। आपने जिस तरह अपनी यहाँ पर जूस वगैरह या जो भी दे रहे हैं, जो भी लंगर आ रहा है, और आप माशाल्लाह यहाँ पर सामान वगैरह हर चीज़ मौजूद है, तो ਮਿਹਰਬਾਨੀ ਇਹ ਕਰੇ ਕਿ ਜੂਸ ਵੰਡਣ ਤੋਂ ਬਾਅਦ ਮੈਂ ਭਾਈ ਅਹਿਮਦ ਨੂੰ ਕਿਹਾ ਚੱਲ ਆ ਯਾਰ ਨਹਿਰ ਤੋਂ ਜਾ ਕੇ ਪਾਣੀ ਦਾ ਠੰਡਾ ਲਿਆ ਖਾਈਏ। ਤੇ ਉਹ ਲੋਕਾਂ ਨੇ ਪੀਣਾ ਵੀ ਆ। ਚੱਲ ਆ ਭਾਈ ਮੈਂ ਚੱਲੀਏ। ਅਸੀਂ ਗਏ ਨਹਿਰ ਤੇ ਇੱਥੇ ਮਾਸ਼ਾਅੱਲਾ ਇੱਕ ਭਾਈ ਦੇਖੋ ਅੱਲਾ ਦੀ ਰਜ਼ਾ ਵਾਸਤੇ ਜਨਾਬ ਮੇਰੀ ਨਲਕਾ ਠੀਕ ਕਰ ਰਿਹਾ ਤੇ ਜਿਹੜਾ ਨਲਕਾ ਖਰਾਬ ਹੁੰਦਾ ਭਾਈ ਆ ਕੇ ਆਪ ਹੀ ਠੀਕ ਕਰਦਾ ਤੇ ਅੱਲਾ ਦੀ ਰਜ਼ਾ ਵਾਸਤੇ ਕਰਦਾ।
ਅੱਲਾਹ ਪਾਕ ਨੂੰ ਇਹਦਾ ਅਜਰ ਦੇਵੇ। ਮਾਸ਼ਾਅੱਲਾ ਇਸੇ ਤਰ੍ਹਾਂ ਹੀ ਇਹ ਵੀ ਇੱਕ ਖਿਦਮਤ ਆ, ਇਹ ਵੀ ਜਿਹੜਾ ਵਾ ਇਹ ਵੀ ਸਦਕਾ ਜਾਰੀਆ ਜਿਹੜਾ ਮਾਸ਼ਾਅੱਲਾ ਭਾਈ ਨੇ ਜੋ ਜੀ ਨਲਕਾ ਚਾਲੂ ਕਰ ਦਿੱਤਾ। ਵਾਹ ਜੀ ਵਾਹ, ਸਾਡੇ ਨਹਿਰ ਦੀਆਂ ਜਨਾਬ ਮੇਰੀ ਬਹਾਰਾਂ ਦੇਖੋ ਮਾਸ਼ਾਅੱਲਾ, ਨਹਿਰ ਜਿਹੜੀ ਪੂਰੇ ਜੋਬਨ 'ਤੇ ਚੱਲ ਰਹੀ ਆ। ਲਹਿੰਦੇ ਪੰਜਾਬ ਵੱਲੋਂ ਵੀ ਜਿਹੜਾ ਪਾਣੀ ਤੇ ਚੜ੍ਹਦੇ ਪੰਜਾਬ ਦਾ ਜਿਹੜਾ ਪਾਣੀ ਮਾਸ਼ਾਅੱਲਾ ਰਲ ਕੇ ਚੱਲ ਰਿਹਾ। ਹੁਣ ਤੇ ਚੜ੍ਹਦੇ ਪੰਜਾਬ ਦਾ ਬਹੁਤਾ ਪਾਣੀ ਜਨਾਬ ਮੇਰੀ 'ਤੇ 'ਚ ਆਇਆ ਹੋਇਆ। ਲਓ ਭਾਈ ਅਹਿਮਦ ਜਨਾਬ ਪਾਣੀ ਭਰ ਰਿਹਾ ਤੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਨਹਿਰ ਦਾ ਨਜ਼ਾਰਾ ਦਿਖਾ ਲਾਂ। ਮੈਨੂੰ ਵੀ ਪਿਆਸ ਬਹੁਤ ਜ਼ਿਆਦਾ ਲੱਗੀ ਸੀ ਤੇ ਮੈਂ ਕਿਹਾ ਚਲੋ ਮੈਂ ਵੀ ਹੁਣ ਨਾ ਫਟਾਫਟ ਪਾਣੀ ਪੀ ਲਵਾਂ। ਲਓ ਜੀ ਪਾਣੀ ਪੀ ਕੇ ਮੂੰਹ ਹੱਥ ਧੋ ਕੇ ਮਾਸ਼ਾਅੱਲਾ ਸੁਭਾਨ ਅੱਲਾਹ, ਅੱਲਾਹ ਪਾਕ ਤੁਹਾਡਾ ਦਿੱਤਾ ਹੋਇਆ ਕਬੂਲ ਮਨਜ਼ੂਰ ਕਰੇ। ਆਪਣੇ ਜਨਾਜ਼ਗਾਹ ਦੀ ਆਪਣੇ ਕਬਰਸਤਾਨ ਦੀ ਖਿਦਮਤ ਕਰਦੇ ਜਾਓ। ਲਾਈਟ ਵੀ ਬੰਦ ਹੋ ਗਈ ਆ ਤੇ ਫਿਰ ਵੀ ਅਸੀਂ ਆਪਣੀ ਜਿਹੜੀ ਡਿਊਟੀ ਆ ਉਹ ਦੇਣ ਦੇ ਆ ਤੁਹਾਡੇ ਸਾਹਮਣੇ। ਸਾਡੇ ਮੈਂਬਰਾਂ ਕੱਲ ਜਿਹੜਾ 9 ਮੁਹਰਮ ਨੂੰ ਵੀ 5 ਵਜੇ ਤੋਂ ਲੈ ਕੇ ਤੇ ਮਗਰਿਬ ਵੇਲੇ ਤੱਕ ਤੁਹਾਡੀ ਖਿਦਮਤ ਵਾਸਤੇ ਇੱਥੇ ਮੌਜੂਦ ਰਹੇ ਨੇ ਤੇ ਬੇਲੋਸ ਇੱਥੇ ਨੌਜਵਾਨ ਲੱਗੇ ਨੇ, ਬੇਲੋਸ ਤੁਹਾਡੇ ਕੋਲ ਜਾਂਦੇ ਨੇ, ਕਬਰ ਦੇ ਉੱਤੇ ਜਾ ਕੇ ਤੁਹਾਨੂੰ ਪਾਣੀ ਪਿਲਾਉਂਦੇ ਨੇ। ਇਹ ਨੌਜਵਾਨਾਂ ਦਾ ਮਕਸਦ ਸਿਰਫ ਆਪਣੇ ਕਬਰਸਤਾਨ ਨੂੰ ਖੂਬਸੂਰਤ ਬਣਾਉਣਾ, ਆਪਣੀ ਜਨਾਜ਼ਗਾਹ ਨੂੰ ਖੂਬਸੂਰਤ ਬਣਾਉਣਾ ਵਾ। ਕੋਈ ਵੀ ਲਾਲਚ ਨਹੀਂ ਹੈ ਕਿ ਕੋਈ ਸਾਨੂੰ ਲਾਲਚ ਆ ਜਿਹੜਾ ਇੱਥੇ ਅਸੀਂ ਖਲੋ ਕੇ ਅਪੀਲ ਕਰਨ ਦੇ ਤੇ ਤੁਹਾਨੂੰ ਕਹਿੰਦੇ ਆ ਕਿ ਆਪਣੀ ਜਨਾਜ਼ਗਾਹ ਦੀ ਖਿਦਮਤ ਕਰੋ, ਤੇ ਕੋਈ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਜੇ ਹੈ। ਅਸੀਂ ਆਪਣਾ ਇੱਕ ਡਿਊਟੀ ਅੰਜਾਮ ਦੇਣ ਜਿਹੜੀ ਅੱਲਾਹ ਪਾਕ ਨੇ ਸਾਡੇ ਜ਼ਿੰਮੇ ਹੁਣ ਲਾ ਛੱਡੀ ਹੈ ਤੇ ਇਨਸ਼ਾਅੱਲਾ ਤੁਹਾਡੇ ਕੋਲੋਂ ਇਹ ਅਸੀਂ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਸਾਥੀ ਨੇ ਉਹ ਸਾਡੀ ਕਮੇਟੀ ਦਾ ਹਿੱਸਾ ਵੀ ਬਣਨ ਤੇ ਜਿਹੜੇ ਤੁਸੀਂ ਬਜ਼ੁਰਗ ਜੇ ਸਾਡੇ ਨਾਲ ਸ਼ਫਕਤ ਕਰੋ, ਪਿਆਰ ਕਰੋ ਤੇ ਮਾਸ਼ਾਅੱਲਾ ਸਾਡੇ ਨਾਲ ਤਾਵਨ ਕਰੋ। ਤੁਹਾਡਾ ਦਿੱਤਾ ਹੋਇਆ ਕਬੂਲ ਮਨਜ਼ੂਰ ਕਰੇ। ਮਾਸ਼ਾਅੱਲਾ ਬੱਦਲ ਵੀ ਬੜਾ ਚੜ੍ਹਦਾ ਹੁੰਦੇ ਆ ਤੇ ਬਾਰਿਸ਼ ਦੇ ਵੀ ਇਮਕਾਨਾਤ ਨੇ ਤੇ ਜਲਦੀ ਜਿਹੜਾ ਵਾ ਆਪਣੀ ਜਿਹੜੇ ਨੇ ਕੰਮ ਜਿਹੜੇ ਨੇ ਉਹਨਾਂ ਨੂੰ ਮਾਸ਼ਾਅੱਲਾ ਸੁਭਾਨ ਅੱਲਾਹ, ਅੱਲਾਹ ਪਾਕ ਤੁਹਾਡਾ ਦਿੱਤਾ ਹੋਇਆ ਕਬੂਲ ਦਾ ਮਨਜ਼ੂਰ ਕਰੇ। ਭਾਈ ਆਏ ਨੇ 1000 ਰੁਪਏ ਉਹਨਾਂ ਨੇ ਜਨਾਜ਼ਗਾਹ ਦੀ ਕਬਰਸਤਾਨ ਦੀ ਖਿਦਮਤ ਕੀਤੀ ਆ। ਅੱਲਾਹ ਪਾਕ ਕਬੂਲ ਮਨਜ਼ੂਰ ਕਰੇ। ਇਹਨਾਂ ਦਾ ਦਿੱਤਾ ਹੋਇਆ ਇਹਨਾਂ ਦੇ ਜਿਹੜੇ ਲਵਾਇਕੀਨ ਨੇ ਇਸ ਕਬਰਸਤਾਨ ਦੇ ਵਿੱਚ ਨੇ ਉਹਨਾਂ ਨੂੰ ਇਹਦਾ ਸਾਲੇ ਸਵਾਬ ਪਹੁੰਚੇ। ਅੱਲਾਹ ਪਾਕ ਉਹਨਾਂ ਨੂੰ ਜੰਨਤ ਵਿੱਚ ਆਲਾ ਮੁਕਾਮ ਅਤਾ ਕਰੇ ਤੇ ਇਹਨਾਂ ਨੂੰ ਇਸੇ ਤਰ੍ਹਾਂ ਦੀਨ ਦੀ ਕਬਰਸਤਾਨ ਦੀ ਆਪਣੀ ਖਿਦਮਤ ਕਰਨ ਦੀ ਤੌਫੀਕ ਦੇਵੇ। ਮਾਸ਼ਾਅੱਲਾ ਸੁਭਾਨ ਅੱਲਾਹ। ਮਾਸ਼ਾਅੱਲਾ ਲੰਗਰ ਸ਼ਰੀਫ ਆ ਗਿਆ ਵਾ ਤੇ ਜਿਹੜੇ ਭਾਈ ਨੇ ਵੀ ਲੰਗਰ ਕਰਨਾ ਆ ਜਾਵੇ। ਹਲੀਮ ਨਾਮ ਦਾ ਲੰਗਰ ਹੈ। ਮਾਸ਼ਾਅੱਲਾ ਸੁਭਾਨ ਅੱਲਾਹ। ਮਾਸ਼ਾਅੱਲਾ ਭਾਈ ਇਫਤਖਾਰ ਜਿਹੜੇ ਨੇ ਉਹ ਹਲੀਮ ਲੈ ਕੇ ਆਏ ਨੇ। ਮਾਸ਼ਾਅੱਲਾ ਅੱਲਾਹ ਪਾਕ ਇਹਨਾਂ ਦਾ ਕਬੂਲ ਤੇ ਮਨਜ਼ੂਰ ਕਰੇ। ਮਾਸ਼ਾਅੱਲਾ ਸੁਭਾਨ ਅੱਲਾਹ। ਇਸੇ ਤਰ੍ਹਾਂ ਜਿਹੜਾ ਭਾਈ ਵੀ ਆਵੇ ਲੰਗਰ ਇੱਥੇ ਤਕਸੀਮ ਕਰੇ ਬਾਜ਼ੇ ਤਰੀਕੇ ਨਾਲ ਬਿਠਾ ਕੇ ਤੇ ਖਵਾਇਆ ਜਾਏਗਾ। ਅੱਲਾਹ ਪਾਕ ਤੁਹਾਡਾ ਕਬੂਲ ਮਨਜ਼ੂਰ ਕਰੇ। ਮਾਸ਼ਾਅੱਲਾ ਜਜ਼ਾਕ ਅੱਲਾਹ। ਕਬਰਸਤਾਨ ਨਾਲ ਤਾਵਨ ਕਰੋ। ਇਨਸ਼ਾਅੱਲਾ ਤਾਲਾ ਤੁਹਾਡੇ ਦਿੱਤੇ ਹੋਏ ਰਹੇਗਾ ਨਹੀਂ ਜਾਣਗੇ। ਮਾਸ਼ਾਅੱਲਾ ਸੁਭਾਨ ਅੱਲਾਹ। ਆਜੋ ਜਿਹੜੇ ਭਾਈ ਵੀ ਲੰਗਰ ਕਰਨਾ ਵਾ ਲੰਗਰ ਕਰਨ ਵਾਸਤੇ ਆ ਜਾਣ। ਇੱਥੇ ਲੰਗਰ ਬਹਿ ਕੇ ਮਾਸ਼ਾਅੱਲਾ ਕਰਾਇਆ ਜਾਵੇਗਾ ਬਾਈਜ਼ਤ ਤਰੀਕੇ ਨਾਲ। ਮਾਸ਼ਾਅੱਲਾ ਸੁਭਾਨ ਅੱਲਾਹ। ਅੱਲਾਹ ਪਾਕ ਕਬੂਲ ਮਨਜ਼ੂਰ ਕਰੇ। ਮਾਸ਼ਾਅੱਲਾ ਸੁਭਾਨ ਅੱਲਾਹ। ਲੋ ਜੀ ਮਿੱਤਰ ਜਿਹੜੇ ਬੇਲੀ ਨੇ ਉਹ ਲੰਗਰ ਤਕਸੀਮ ਕਰ ਰਹੇ। ਮੈਂ ਕਿਹਾ ਯਾਰ ਸਵੇਰ ਦੀ ਭੁੱਖ ਬਹੁਤ ਲੱਗੀ, ਕੰਮ ਬਹੁਤ ਕਰ ਰਹੇ ਆ ਤੇ ਯਾਰ ਮੈਨੂੰ ਵੀ ਜ਼ਰਾ ਲੰਗਰ ਫੜਾਓ। ਮੈਂ ਵੀ ਹਲੀਮ ਖਾਨਾ ਵਾਂ ਤੇ ਤੁਸੀਂ ਵੰਡੀ ਚੱਲੋ ਤੇ ਮੈਂ ਉਨੀ ਦੇਰ ਜਨਾਬ ਮੇਰੀ ਜ਼ਰਾ ਲੰਗਰ ਕਰ ਲਵਾਂ। ਉਸ ਤੋਂ ਬਾਅਦ ਜਨਾਬ ਮੇਰੀ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੋ ਗਈ ਲੰਗਰ ਤੋਂ ਬਾਅਦ ਤੇ ਅਸੀਂ ਜਨਾਬ ਮੇਰੇ ਲਾਗੇ ਖਲੋਤੇ ਰਕਸ਼ੇ ਤੇ ਅਸੀਂ ਕਿਹਾ ਰਕਸ਼ੇ ਵਿੱਚ ਜਨਾਬ ਮੇਰੀ ਜਾ ਕੇ ਬਹਿੰਦੇ ਆ ਤੇ ਇੱਥੋਂ ਚਲੋ ਬਾਰਿਸ਼ ਤੋਂ ਬਚ ਜਾਂਗੇ। ਪਰ ਹਵਾ ਬਹੁਤ ਠੰਡੀ ਚੱਲ ਰਹੀ ਆ ਤੇ ਬਾਰਿਸ਼ ਜਿਹੜੀ ਆ ਫੁੱਲ ਸਪੀਡਾਂ 'ਚ ਲੱਗੀ ਹੋਈ ਹੈ। ਦੇਖ ਲਓ ਤੁਹਾਡੇ ਸਾਹਮਣੇ ਮਾਸ਼ਾਅੱਲਾ ਬਾਰਿਸ਼ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ। ਆਹ ਮੁੰਡੇ ਜਨਾਬ ਮੇਰੀ ਬਾਹਰ ਸਾਡੀ ਕਮੇਟੀ ਦੇ ਖਲੋਤੇ ਆ, ਦੇਖ ਰਹੇ ਆ ਕਿ ਹੁਣ ਕਿੱਦਾਂ ਆਪਣਾ ਕੰਮ ਚਲਾਵਾਂਗੇ। ਤੇ ਇਸ ਟਾਈਮ ਜਿਹੜੇ ਲੋਕ ਇੱਥੇ ਸਾਹਮਣੇ ਤੁਹਾਨੂੰ ਨਜ਼ਰ ਵੀ ਆਉਂਦੇ ਹੋਣੇ ਆ ਕਿ ਭੱਜੇ ਫਿਰਦੇ ਆ। ਹਜੇ ਬਾਰਿਸ਼ ਜਿਹੜੀ ਆ ਤੇਜ਼ ਹੈਗੀ ਆ ਲੇਕਿਨ ਸ਼ੁਰੂ ਹੋਈ ਆ ਤੇ ਅਸੀਂ ਜਨਾਬ ਮੇਰੀ ਹੁਣ ਰਕਸ਼ੇ ਦੇ ਹਿਸਾਬ ਲਾਏਗਾ ਬਾਛੜ ਪੈ ਰਹੀ ਆ। ਅਸੀਂ ਜਨਾਬ ਮੇਰੀ ਉੱਠ ਕੇ ਮਸਜਿਦ ਵਿੱਚ ਚਲੇ ਗਏ। ਉੱਥੇ ਮਸਜਿਦ 'ਚ ਗਏ ਆ ਤੇ ਮਸਜਿਦ ਵਿੱਚ ਵੀ ਬਾਛੜ ਜਿਹੜੀ ਆ ਉਹ ਦੇਖੋ ਅੱਧੀ ਸਭ ਗਿੱਲੀ ਹੋਈ ਆ ਤੇ ਚਲੋ ਕੂੰਗੜੇ ਬੈਠੇ ਆ ਇੱਥੇ। ਤੇ ਹੁਣ ਜਨਾਬ ਮੇਰੀ ਅੱਲਾ ਕੀਤਾ ਸਾਡੀ ਸਲਾਹ ਬੜੀ ਹੁਣ ਘਰ ਚੱਲੀਏ ਤੇ ਬਾਹਰ ਰੁਕਦੀ ਆ ਤੇ ਫੇਰ ਆਉਂਦੇ ਆ ਤੇ ਅਸੀਂ ਕਿਹਾ ਫਟਾਫਟ ਜਿਹੜਾ ਆਪਣਾ ਸਮਾਨ ਆ ਉਹ ਜਿਹੜਾ ਵਾ ਮਲੰਗ ਹੋਰਾਂ ਸਾਈ ਉਹਨਾਂ ਦੇ ਹਵਾਲੇ ਕਰ ਦਈਏ ਕਿਉਂਕਿ ਇਹਨਾਂ ਕੋਈ ਚੱਕ ਕੇ ਲੈ ਜਾਵੇ। ਵੇਖ ਲਓ ਨਾ ਬੰਦਾ ਨਾ ਬਸ਼ਰ ਕੋਈ ਵੀ ਨਹੀਂ ਹੈਗਾ। ਅਸੀਂ ਜਲਦੀ ਆਪਣਾ ਸਮਾਨ ਕੁੰਜਿਆ ਤੇ ਜਨਾਬ ਮੇਰੀ ਬਾਰਿਸ਼ ਬਹੁਤ ਤੇਜ਼ ਸੀ ਤੇ ਅਸੀਂ ਕਿਹਾ ਹੁਣ ਘਰਾਂ ਨੂੰ ਚੱਲਦੇ ਆ ਤੇ ਆਪਣਾ ਸਮਾਨ ਕੁੰਜ ਕੇ ਅਸੀਂ ਜਨਾਬ ਮੇਰੀ ਫਟਾਫਟ ਘਰ ਨੂੰ ਗਏ। ਤੇ ਜਦੋਂ ਤਕਰੀਬਨ 12:30 ਵਜੇ ਨਾਲ ਬਾਰਿਸ਼ ਰੁਕੀ ਮੈਂ ਤੇ ਭਾਈ ਕਮਰ ਜਿਹੜੇ ਆ ਕਬਰਸਤਾਨ ਵੱਲ ਨੂੰ ਫੇਰ ਰਵਾ ਦਵਾ ਹੋ ਗਏ ਤੇ ਆਪਣੇ ਜਾ ਕੇ ਕੈਂਪ ਨੂੰ ਮੈਂ ਕਿਹਾ ਸ਼ੁਰੂ ਕਰੀਏ। ਲੋ ਜੀ ਕੈਂਪ ਦਾ ਆਪਣਾ ਸਮਾਨ ਸਮੂਨ ਲਾ ਲਿਆ ਵਾ
ਤੇ ਗਿੱਲੀਆਂ ਕੁਰਸੀਆਂ ਪਰ ਮੈਂ ਕਿਹਾ ਬਹਿ ਕੇ ਕੰਮ ਸ਼ੁਰੂ ਕਰਨੇ ਆ ਯਾਰ, ਆਪਣਾ ਜਿਹੜਾ ਕੈਂਪ ਦਾ ਆਗਾਜ਼ ਕਰੀਏ ਜੀ। मुस्तफा की दाई है जिंदगी हकीकत में बस उसी ने पाई है। मुस्तफा के कदमों में जिसको मारे पहुँच साइल सब दे सफीने गए बख्ता वाले हजारा मदीने गए। पहुँच साइल सब दे सफीने गए बख्ता वाले हजारा मदीने गए। गजदा अली वाला सोना लगदा अली वाला अली मौला मौला अली मौला अली मौला मौला अली मौला ओ मैं लाले। ਲਓ ਜੀ 2 ਦਾ ਟਾਈਮ ਹੋਇਆ, ਮੈਂ ਘਰ ਵਾਲੇ ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਕੋਈ ਸ਼ੈ ਕੋਈ ਨਹੀਂ ਪਕਾਈ? ਉਹਨਾਂ ਕਿਹਾ ਚੌਲ ਬਣਾਏ ਹੋਏ ਆ, ਨਾਲ ਹਲੀਮ ਵੀ ਬਣਾ ਲਿਆ, ਹਲੀਮ ਵੰਡ ਵੀ ਦਿੱਤਾ ਵਾ ਤੇ ਤੁਹਾਡੇ ਵਾਸਤੇ। ਮੈਂ ਕਿਹਾ ਚਲੋ ਮੇਰੇ ਵਾਸਤੇ ਜਿਹੜਾ ਵਾ ਉੱਥੇ ਕਬਰਸਤਾਨ ਹੀ ਭੇਜ ਦੇਵੋ ਤੇ ਮੈਂ ਅਸੀਂ ਕਬਰਸਤਾਨ 'ਚ ਬਹਿ ਖਾ ਲੈਂਦੇ, ਕਿਉਂਕਿ ਕੈਂਪ ਜੋ ਲਾਇਆ ਹੋਇਆ ਵਾ। ਤੇ ਆਪਾਂ ਉੱਥੇ ਬਹਿ ਕੇ ਜੀ ਲੰਗਰ ਕੀਤਾ ਤੇ ਮਾਸ਼ਾਅੱਲਾ ਬੜਾ ਮਜ਼ੇਦਾਰ ਹਲੀਮ ਤੇ ਨਾਲ ਚਾਵਲਾਂ ਦੇ ਉੱਤੇ ਜਨਾਬ ਮੇਰੀ ਹਲੀਮ ਪਾ ਕੇ ਖਾਣ ਦਾ ਸਵਾਦ ਹੀ ਆਪਣਾ। ਤੇ ਮਾਸ਼ਾਅੱਲਾ ਜਿਹੜਾ ਘਰ ਦਾ ਬਣਿਆ ਹਲੀਮ ਬਹੁਤ ਪਿਆਰਾ ਹੁੰਦਾ ਤੇ ਬਹੁਤ ਮਜ਼ੇਦਾਰ ਹਲੀਮ ਬਣਿਆ ਹੋਇਆ ਸੀ ਤੇ ਬੜਾ ਸਵਾਦ ਆਇਆ ਤੇ ਬੜੇ ਮਜ਼ੇ ਲੈ ਕੇ ਅਸੀਂ ਇੱਥੇ ਜਨਾਬ ਮੇਰੀ ਕਬਰਸਤਾਨ ਮੈਂ ਖਾਧਾ। ਤੇ ਹੁਣ ਜਨਾਬ ਮੇਰੀ ਮੁੰਡੇ ਕਹਿੰਦੇ ਯਾਰ ਠੰਡ ਬਹੁਤ ਆ, ਚਲੋ ਚਾਹ ਪੀ ਲਈਏ। ਮੈਂ ਕਿਹਾ ਚਲੋ ਚਾਹ ਪੀਂਦੇ। ਰਾਹ 'ਚ ਸਾਈਂ ਹੋਰੇ ਟੱਕਰ ਗਏ, ਸਾਈਂ ਕਹਿੰਦਾ ਮੈਨੂੰ ਵੀ ਨਾਲ ਲਈ ਚਲੋ। ਮੈਂ ਕਿਹਾ ਚੱਲ ਬਹਿ ਬਈ ਲੈ ਜੰਨੇ ਤੈਨੂੰ, ਮੈਂ ਜੋ ਜਾਣਾ ਹੀ ਆ। ਤੇ ਵਾਪਸੀ ਤੇ ਯਾਰ ਨਿਆਣਿਆਂ ਗਿਆ ਜੀ ਅਸਾਂ ਵੀ ਜਾਣਾ ਵਾ ਜੀ, ਸਾਨੂੰ ਵੀ ਲੈ ਕੇ ਚਲੋ। ਮੈਂ ਕਿਹਾ ਚਲੋ ਜਨਾਬ ਤੁਹਾਨੂੰ ਵੀ ਕਬਰਸਤਾਨ ਦਿਖਾ ਲੈਂਦੇ ਆ। ਉੱਥੇ ਇਸ ਟਾਈਮ ਹੈ ਤਾਂ ਕੋਈ ਨਹੀਂ, ਰੌਣਕ ਤਾਂ ਕੋਈ ਨਹੀਂ, ਪਰ ਉਹ ਆ ਜਨਾਬ ਮੇਰੀ ਕਬਰਸਤਾਨ ਆ ਗਏ। ਕਬਰਸਤਾਨ ਆ ਕੇ ਜਨਾਬ ਮੇਰੀ ਧੁੱਪ ਹੁਣ ਨਿਕਲ ਆਈ ਆ ਮਾਸ਼ਾਅੱਲਾ ਬੜੀ ਸੋਹਣੀ। ਲੇਕਿਨ ਲੋਕ ਜਿਹੜੇ ਆ ਉਹ ਚਾਲੂ ਹੋਏ ਆ ਬਾਰਿਸ਼ ਤੋਂ, ਘਰਾਂ 'ਚੋਂ ਨਹੀਂ ਨਿਕਲੇ। ਆ ਦੇਖੋ ਜੀ ਕੁਰਸੀਆਂ ਮਾਲ ਕੇ ਨਿਆਣੇ ਬਹਿ ਗਏ ਆ। ਮੈਂ ਕਿਹਾ ਯਾਰ ਕੁਰਸੀਆਂ ਦਾ ਨੰਬਰ ਲਓ, ਚਲੋ ਕਬਰਾਂ 'ਤੇ ਆਪਣੀ ਹੋ ਕੇ ਆਈਏ। ਇਹ ਜਨਾਬ ਮੇਰੀ ਸਾਡੇ ਤਾਇਆ ਜੀ ਹੋਰਾਂ ਦੀ ਕਬਰ ਆ, ਰਾਣਾ ਨਜ਼ੀਰ ਅਹਿਮਦ। ਸਭ ਤੋਂ ਪਹਿਲੀ ਕਬਰ ਜਿਹੜੀ ਇਸ ਹਾਤੇ ਦੇ ਵਿੱਚ ਇਸ ਸਾਈਡ ਵੱਲ ਸਾਡੇ ਤਾਇਆ ਜੀ ਹੋਰਾਂ ਦੀ ਬੜੀ ਸੀ। ਤੇ ਆ ਦੇਖੋ ਕਿੱਦਾਂ ਦੀ ਸਾਡੇ ਦਾਦੇ ਹੋਰਾਂ ਨੇ ਉਦੋਂ ਕਬਰ ਬਣਾਈ ਸੀ। ਲੋਕ ਤਾਂ ਬਾਰਿਸ਼ ਤੋਂ ਚਾਲੂ ਹੋਇਆ ਨਿਕਲੇ ਕੋਈ ਨਾ। ਤੇ ਇਹ ਭਾਈ ਮਨੀਰ ਸਾਡੇ ਜਿਹੜੇ ਦੋਸਤ ਨੇ ਉਹ ਚਾਹ ਲੈ ਕੇ ਆ ਗਏ ਤੇ ਮੈਂ ਕਿਹਾ ਚਲੋ ਜਨਾਬ ਮੇਰੀ ਚਾਹ ਬਹਿ ਕੇ ਪੀ ਲੈਂਦੇ ਆ। ਤੇ ਨਾਲ ਇਹ ਬਦਾਨਾ ਲੈ ਆਏ ਸੀ, ਨਮਕ ਪਾਰੇ ਲੈ ਆਏ ਸੀ, ਇਹ ਵੀ ਆਪਾਂ ਖਾਧਾ। ਸੁਭਾਨ ਅੱਲਾਹ। 2 ਦਿਨ ਹੋ ਗਏ ਨੇ ਜਿਹੜੇ ਮੜ ਬਲੋਚਾਂ ਵੈਲਫੇਅਰ ਸੁਸਾਇਟੀ ਦੇ ਨੌਜਵਾਨ ਨੇ ਉਹ ਬੇਲੋਸ਼ ਹੋ ਕੇ ਖਿਦਮਤ ਸਰੰਜਾਮ ਦੇਂਦੇ ਨੇ। ਕੋਈ ਇਹਨਾਂ ਦਾ ਕੋਈ ਲਾਲਚ ਨਹੀਂ ਹੈ, ਕੋਈ ਇਸ ਬਾਰੇ 'ਚ ਕਿ ਇਹਨਾਂ ਨੂੰ ਕੋਈ ਲਾਲਚ ਹੋਵੇ, ਸਿਰਫ ਬੇਲੋਸ਼ ਹੋ ਕੇ ਇਹਨਾਂ ਨੇ ਖਿਦਮਤ ਕੀਤੀ ਆ। ਤੇ ਮਾਸ਼ਾਅੱਲਾ ਜਜ਼ਾਕੱਲਾ। ਜੋ ਵੀ ਕੰਮ ਸ਼ਾਮ ਜੋ ਵੀ ਤੁਹਾਨੂੰ ਤੁਸੀਂ ਆਵਾਜ਼ ਦਿੱਤੀ ਹੈ ਤੇ ਤੁਹਾਡੇ ਕੋਲ ਪਾਣੀ ਜੱਗਾਂ 'ਚ ਲੈ ਕੇ ਗਏ ਨੇ ਤੇ ਇਹਦੇ ਵਿੱਚ ਕੋਈ ਵੀ ਮਕਸਦ, ਸਿਰਫ ਮਕਸਦ ਇਹ ਆ ਕਿ ਆਪਣੇ ਕਬਰਸਤਾਨ ਨੂੰ, ਆਪਣੀ ਜਨਾਜ਼ਗਾਹ ਨੂੰ ਖੂਬਸੂਰਤ ਬਣਾਉਣਾ ਵਾ, ਹੋਰ ਕੋਈ ਲਾਲਚ ਨਹੀਂ ਹੈਗਾ। ਤੇ ਤੁਹਾਡੇ ਸਾਹਮਣੇ ਜਨਾਜ਼ਗਾਹ ਦਾ ਵੀ ਕੰਮ ਹੋ ਰਿਹਾ ਤੇ ਮਾਸ਼ਾਅੱਲਾ ਕਿੰਨੀ ਤੇਜ਼ੀ ਨਾਲ ਅਸੀਂ ਜਨਾਜ਼ਗਾਹ ਦਾ ਵੀ ਕੰਮ ਕਰਵਾਇਆ ਆਪਣੀ ਕਮੇਟੀ ਨੇ। ਇਸ ਲਈ ਮਾਸ਼ਾਅੱਲਾ ਸੁਭਾਨ ਅੱਲਾਹ ਆਪਣੀ ਜਿੰਨੀ ਵੀ ਖਿਦਮਤ ਆ ਜਨਾਜ਼ਗਾਹ ਦੀ ਕਰੋ। माशाल्लाह सुभान अल्लाह। मड़ बलोचा वेलफेयर सोसाइटी के ज़ेरे एहतमाम जो है वो जनाज़गाह के अंदर ये 9-10 मुहर्रम को कैंप लगाया गया, जो आगाही कैंप था जिसमें हम लोगों ने आगाही दी कि जो हमारी कमेटी ने जनाज़गाह में काम करवाया उस हवाले से और जो सहूलियात इस दफ़ा आप लोगों को मुहैया की हैं इस कब्रिस्तान में, उस हवाले से आप लोगों को बाइज्जत तरीके से यहाँ पर हर चीज़ मुहैया की गई। कईं ताबड़े और ये रेड़ियाँ वगैरह, ठंडे पानी भी दस्तयाब रहे।
اور ہمارے ممبران جو ہے وہ صبح آپ نے دیکھا بھی ہوگا کہ وہ جگ اور گلاس لے کے قبروں کے اوپر گئے جہاں پر لوگ کام کر رہے تھے اور مٹی ڈال رہے تھے، وہاں پر جا کر پانی پلاتے رہے ہیں۔ یہ آپ کی کمیٹی اپنی کمیٹی ہے، آپ اس کے ساتھ تعاون کریں، انشاءاللہ تعالی یہ آپ کے ساتھ ہر سال اسی طرح یہ اب کیمپ لگا کرے گا اور تعاون کیا کریں گے۔ یہاں پر لنگر بھی تقسیم ہوئے، یہاں پر آپ لوگوں نے بہت اچھا فنڈ بھی دیا۔ صبح جس طرح فنڈ چل رہا تھا، جس طرح مطلب کیمپ شروع تھا اور یہاں پر رونق لگی ہوئی تھی، جس سے ہم لوگوں نے لنگر تقسیم کیا، پھر بارش آ گئی اور بارش کی وجہ سے کافی زیادہ دیر ہم لوگوں کو انتظار کرنا پڑا اور اس کی وجہ سے سب لوگ پھر گھروں کو چلے گئے اور وہ جس طرح رونق بنی ہوئی تھی صبح قبرستان میں 10 محرم کی بنی ہوتی ہے، وہ پھر رونق ختم ہو گئی۔ لیکن پھر بھی آپ لوگوں نے ماشاءاللہ دوست جو آئے ان لوگوں نے بڑا اچھا تعاون کیا اور اب شام کا ٹائم ہے اور 10 محرم بھی کا دن جو ہے وہ بھی پورا ہو رہا ہے۔ آپ لوگوں سے ایک دو ریکویسٹ کی تھی، یہ میں اس لیے بار بار واضح کر لوں کہ جو سن رہے ہیں، جو دیکھ رہے ہیں، ان کو یاد رہے، آپ جب بھی آئیں اپنی قبر کی صفائی کریں تو گند جو ہے وہ اور یہ گھاس پھول جو ہے یہ قبرستان میں نہ پھینکیے گا، یہ باہر پھینکیے گا۔ اور دوسرا، یہاں پر اپنے جو لواحقین ہیں، جو قبر والا ہے، اس کے نام کا ایک درخت لگا دیں۔ ہر قبر کے سر کے اوپر ایک درخت لگے گا نیم کا، تریک کا، تو ماشاءاللہ وہ آپ کے لیے صالح ثواب ہوگا اور آپ کا جو دفن ہے اس کے لیے صالح ثواب ہوگا۔ اور اپنا جنازگاہ کے ساتھ تعاون جاری رکھیے گا، انشاءاللہ تعالی اگلے سال جو ہے وہ یہاں پر ہم نے پکے راستہ بھی بنانا ہے 9-10 محرم تک اور لائٹ کا بھی پراپر انتظام کرنا ہے اور اس کے علاوہ بھی جو بھی کام جنازگاہ کے رہتے ہیں وہ بھی کمپلیٹ کرنے ہیں۔ اسی لیے آپ اپنی کمیٹی کے ساتھ تعاون کریے گا، اپنا تعاون ہمارے ساتھ جاری رکھیں۔ ماشاءاللہ جزاک اللہ، آپ لوگوں کا بہت زیادہ شکریہ۔